Typical biology. Today we will start with human heart. First of all, what heart is? It is actually a modified artery. ਜਿਹੜੀ artery ਹੁੰਦੀ ਹੈ ਉਹਦੀ ਹੀ modification ਆ and it is mesodermal in origin. mesodermal in origin ਦਾ ਮਤਲਬ ਹੁੰਦਾ ਹੈ ਕਿ mesoderm ਤੋਂ ਬਣੀ ਆ ਜਦੋਂ ਵੀ ਐਮਬਰੀਓ ਡਿਵੈਲਪ ਕਰਦਾ ਆ ਉਸ ਟਾਈਮ 'ਤੇ 3 ਸੈੱਲ ਦੀਆਂ ਲੇਅਰਸ ਹੁੰਦੀਆਂ ਨੇ। ਸਭ ਤੋਂ ਬਾਹਰ ਵਾਲੀ ਨੂੰ ਕਹਿੰਦੇ ਆ ਐਕਟੋਡਰਮ, ਮਿਡਲ ਵਾਲੀ ਨੂੰ ਕਹਿੰਦੇ ਆ ਮੀਜ਼ੋਡਰਮ ਐਂਡ ਸਭ ਤੋਂ ਇਨਰ ਵਾਲੀ ਨੂੰ ਕਹਿੰਦੇ ਆ ਐਂਡੋਡਰਮ। ਜਿਹੜੀਆਂ ਤੇ ਔਰਗਨਸ ਐਕਟੋਡਰਮ ਤੋਂ ਬਣ ਗਈਆਂ ਉਹਨਾਂ ਨੂੰ ਕਹਿੰਦੇ ਐਕਟੋਡਰਮਲ ਓਰੀਜਨ ਆ, ਜਿਹੜੀਆਂ ਔਰਗਨਸ ਮੀਜ਼ੋਡਰਮ ਤੋਂ ਬਣ ਗਈਆਂ ਉਹਨਾਂ ਨੂੰ ਕਹਿੰਦੇ ਮੀਜ਼ੋਡਰਮਲ ਓਰੀਜਨ ਆ ਐਂਡ ਜਿਹੜੀਆਂ ਔਰਗਨਸ ਐਂਡੋਡਰਮ ਤੋਂ ਬਣ ਗਈਆਂ ਉਹਨਾਂ ਨੂੰ ਅਸੀਂ ਕਹਾਂਗੇ ਐਂਡੋਡਰਮਲ ਓਰੀਜਨ ਆ। ਠੀਕ ਹੈ, ਇਸ ਕਰਕੇ ਹੁਣ ਜਿਹੜਾ ਹਾਰਟ ਆ ਇਟ ਇਜ਼ ਮੀਜ਼ੋਡਰਮਲ ਇਨ ਓਰੀਜਨ ਐਂਡ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਹਾਰਟ ਹੈ ਉਹਦੀਆਂ ਮਸਲਸ ਕਿਹੜੀਆਂ ਹੁੰਦੀਆਂ ਨੇ, ਕਾਰਡੀਅਕ ਮਸਲਸ ਹੁੰਦੀਆਂ ਨੇ। ਕਾਰਡੀਅਕ ਮਸਲਸ ਦੀ ਇਹ ਖਾਸੀਅਤ ਆ ਕਿ ਇਹ ਕਦੇ ਵੀ ਇਹਨਾਂ ਦੇ ਵਿੱਚ ਟਾਇਰਡਨੈਸ ਨਹੀਂ ਆਉਂਦੀ ਐਂਡ ਇਹ ਕੰਟੀਨਿਊਸਲੀ ਵਰਕ ਕਰਦੀਆਂ ਨੇ ਬਿਕਾਜ਼ ਹਾਰਟ ਜਿਹੜਾ ਉਹਨੇ ਕੰਟੀਨਿਊਸਲੀ ਵਰਕ ਕਰਨਾ ਹੁੰਦਾ ਹੈ ਐਂਡ ਇਹ ਕੰਟੀਨਿਊਟੀ ਦੇ ਵਿੱਚ ਹੀ ਵਰਕ ਕਰਦੀਆਂ ਨੇ। ਪਲੱਸ ਇਹਦੇ ਵਿੱਚ ਕੀ ਆ ਕਿ ਸਾਡੇ ਕੋਲ ਹਾਰਟ ਦੇ 4 ਚੈਂਬਰਸ ਹੁੰਦੇ ਨੇ। ਇਹ ਇੱਕ ਨੋਰਮਲ ਜਿਹੀ ਚੀਜ਼ ਆ, ਤੁਸੀਂ ਪੜ੍ਹੀ ਹੋਏਗੀ ਪਹਿਲਾਂ 4 ਚੈਂਬਰ ਹੁੰਦੇ ਨੇ। ਹਾਰਟ ਦੀ ਸਿਚੁਏਸ਼ਨ ਕਿੱਥੇ ਹੁੰਦੀ ਹੈ? ਇਟ ਇਜ਼ ਸਿਚੁਏਟਡ ਇਨ ਮੈਡੀਅਸਟੈਨਮ। ਮੈਡੀਅਸਟੈਨਮ ਕੀ ਹੁੰਦਾ ਹੈ? ਸਪੇਸ ਬਿਟਵੀਨ 2 ਲੰਗਸ। ਜਿਹੜੇ ਸਾਡੇ ਲੰਗਸ ਦੀ ਵਿਚਲੀ ਸਪੇਸ ਆ ਉਹਦੇ ਵਿੱਚ ਜਿਹੜਾ ਇਹ ਪ੍ਰੈਜ਼ੈਂਟ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਆ ਕਿ ਜਿਹੜੇ 4 ਚੈਂਬਰ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹੈ, ਉਹ 2 ਔਰੀਕਲਸ ਹੁੰਦੇ ਨੇ ਐਂਡ 2 ਸਾਡੇ ਕੋਲ ਕੀ ਹੁੰਦੇ ਨੇ, ਵੈਂਟਰੀਕਲਸ ਹੁੰਦੇ ਨੇ। ਜਿਹੜੇ ਔਰੀਕਲਸ ਹੁੰਦੇ ਉਹ ਅੱਪਰ ਚੈਂਬਰ ਹੁੰਦਾ ਅਤੇ ਵੈਂਟਰੀਕਲ ਜਿਹੜੇ ਨੇ ਉਹ ਲੋਅਰ ਚੈਂਬਰ ਹੁੰਦਾ। ਸਪੋਜ਼ ਕਿ ਇਹ ਇੱਕ ਸਿੰਪਲ ਜੀ ਡਾਇਗਰਾਮ ਆ ਤੁਹਾਨੂੰ ਸਮਝਾਉਣ ਵਾਸਤੇ। ਇਹ ਸਾਡੇ ਕੋਲ ਔਰੀਕਲ ਆ ਅਤੇ ਇਹ ਸਾਡੇ ਕੋਲ ਵੈਂਟਰੀਕਲ ਆ। ਠੀਕ ਹੈ, ਇਹ ਵਾਲਾ ਜਿਹੜਾ ਸਾਡੇ ਕੋਲ ਔਰੀਕਲ ਹੈ ਕਿਹੜਾ ਵਾ, ਲੈਫਟ ਔਰੀਕਲ। ਇਹ ਵਾਲਾ ਕਿਹੜਾ, ਰਾਈਟ ਔਰੀਕਲ। ਇਹ ਵਾਲਾ ਕਿਹੜਾ, ਲੈਫਟ ਵੈਂਟਰੀਕਲ ਅਤੇ ਰਾਈਟ ਵੈਂਟਰੀਕਲ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕਿ ਇਹਨਾਂ 4 ਹਿੱਸਿਆਂ ਨੂੰ ਵੱਖੋ ਵੱਖਰਾ ਕਰਕੇ ਪੜ੍ਹ ਲਵਾਂਗੇ ਕਿ ਐਕਚੁਅਲੀ ਇਹਨਾਂ ਦੇ ਵਿੱਚ ਕੀ ਹੁੰਦਾ ਹੈ। ਸੋ ਨੰਬਰ 1 ਇਜ਼ ਔਰੀਕਲ। ਇਹਦੀ ਫੰਕਸ਼ਨਿੰਗ ਕਰਨ ਤੋਂ ਪਹਿਲਾਂ ਕਿ ਐਕਚੁਅਲ ਕੀ ਹੁੰਦਾ ਹੈ, ਇਹ ਅਸੀਂ ਔਰੀਕਲ ਦੇ 2 ਹਿੱਸੇ ਡਰਾ ਕਰ ਲਏ ਪਹਿਲਾਂ। ਠੀਕ ਹੈ, ਜਿਹੜੇ ਔਰੀਕਲ ਹੁੰਦੇ ਨੇ ਉਹਨਾਂ ਦੇ ਵਿੱਚ ਆਹ ਵਾਲੀ ਜਿਹੜੀ ਸਾਈਡ 'ਤੇ ਜਿਹੜਾ ਲੈਫਟ ਔਰੀਕਲ ਆ, ਲੈਫਟ ਔਰੀਕਲ ਵਾਲੀ ਸਾਈਡ 'ਤੇ ਸਾਡੇ ਕੋਲ ਇੱਕ ਵੇਨ ਹੁੰਦੀ ਆ। ਠੀਕ ਹੈ, ਕਿਹੜੀ ਵੇਨ ਹੁੰਦੀ ਹੈ, ਪਲਮੋਨਰੀ ਵੇਨ। ਪਲਮੋਨਰੀ ਵੇਨ ਅਸੀਂ ਪੜ੍ਹ ਚੁੱਕੇ ਹਾਂ ਜਦੋਂ ਅਸੀਂ ਟਰਮ ਕੀਤੀ ਸੀਗੀ ਆਰਟਰੀ ਵੇਨ ਦਾ ਡਿਫਰੈਂਸ ਕੀਤਾ ਸੀ ਉਸ ਟਾਈਮ 'ਤੇ। ਪਲਮੋਨਰੀ ਵੇਨ ਹੁੰਦੀ ਆ ਐਂਡ ਇਹਦੀ ਜਿਹੜੀ ਰਾਈਟ ਸਾਈਡ ਆ ਉਹਦੇ 'ਤੇ ਕੀ ਹੁੰਦਾ ਆ, ਇੱਥੇ 2 ਸਾਡੇ ਕੋਲ ਹੁੰਦੇ। ਇੱਕ ਹੁੰਦਾ ਆ, ਇਹਨੂੰ ਅਸੀਂ ਕਹਿੰਦੇ ਹਾਂ ਸੁਪੀਰੀਅਰ ਵੇਨਾ ਕਾਵਾ ਐਂਡ ਜਿਹੜਾ ਲੋਅਰ ਹੁੰਦਾ ਉਹਨੂੰ ਕਹਿੰਦੇ ਆ ਇਨਫੀਰੀਅਰ ਵੇਨਾ ਕਾਵਾ। ਹੁਣ ਇਹਨਾਂ ਦਾ ਕੀ ਫੰਕਸ਼ਨ ਆ, ਜਿਹੜਾ ਇਹ ਵਾਲਾ ਪੋਰਸ਼ਨ ਆ ਕਿ ਸਾਡੇ ਕੋਲ ਇਹ ਇੱਕ ਤਰ੍ਹਾਂ ਦੀ ਐਂਟਰੀ ਪੁਆਇੰਟ ਆ। ਪਾਈਪਸ ਇੱਥੇ ਸ਼ੋ ਕਰਾਂਗੇ ਤਾਂ ਬੈਟਰ ਰਹੇਗਾ। ਐਂਟਰੀ ਪੁਆਇੰਟਸ ਨੇ। ਠੀਕ ਹੈ, ਹੁਣ ਜਿਹੜਾ ਪਲਮੋਨਰੀ ਵੇਨ ਆ ਉਹ ਕੀ ਲੈ ਕੇ ਆਉਂਦੀ, ਜਿੱਥੇ ਵੀ ਕਿਤੇ ਵਰਡ ਪਲਮੋਨਰੀ ਆਵੇ ਅਤੇ ਮਤਲਬ ਇਹ ਲੰਗਸ ਨਾਲ ਰਿਲੇਟਡ ਆ। ਇਹ ਵੇਨ ਕਿੱਥੋਂ ਆ ਰਹੀ ਆ, ਲੰਗਸ 'ਚੋਂ ਆ ਰਹੀ ਆ ਅਤੇ ਲੰਗਸ ਦੇ ਵਿੱਚ ਕੀ ਆਉਂਦੀ ਆ, ਆਕਸੀਜਨ ਆਉਂਦੀ ਆ। ਅਤੇ ਜੇ ਆਕਸੀਜਨ ਆ ਰਹੀ ਹੈ ਇਟ ਮੀਨਸ ਇਹ ਵਾਲੀ ਵੇਨ ਉੱਥੋਂ ਆ ਰਹੀ ਆ ਅਤੇ ਇਹ ਆਪਣੇ ਨਾਲ ਕੀ ਲੈ ਕੇ ਆ ਰਹੀ ਆ, ਆਕਸੀਜਨ ਲੈ ਕੇ ਆ ਰਹੀ ਆ ਉਸ ਬਲੱਡ ਦੇ ਵਿੱਚ। ਤਾਂ ਹੀ ਅਸੀਂ ਕੀਤਾ ਸੀ ਕਿ ਸਾਡੀ ਬੋਡੀ ਦੀਆਂ ਸਾਰੀਆਂ ਵੇਨਸ ਦੇ ਵਿੱਚ ਡੀਆਕਸੀਜਨੇਟਡ ਬਲੱਡ ਹੁੰਦਾ ਐਕਸੈਪਟ ਪਲਮੋਨਰੀ ਵੇਨ, ਅਤੇ ਇਹ ਵਾਲਾ ਰੀਜ਼ਨ ਆ ਕਿਉਂਕਿ ਇਹ ਲੰਗਸ 'ਚੋਂ ਆ ਰਹੀ ਹੈ। ਠੀਕ ਹੈ, ਐਂਡ ਜਿਹੜਾ ਸਾਡਾ ਸੁਪੀਰੀਅਰ ਵੇਨਾ ਕਾਵਾ ਆ ਜਾਂ ਇਨਫੀਰੀਅਰ ਵੇਨਾ ਕਾਵਾ, ਇਹ ਕੀ ਕਰਦੇ ਆ, ਸੁਪੀਰੀਅਰ ਵੇਨਾ ਕਾਵਾ ਦਾ ਫੰਕਸ਼ਨ ਪੜ੍ਹਾਂਗੇ ਪਹਿਲਾਂ ਕਿ ਜਿੰਨੇ ਵੀ ਸਾਡੇ ਹਾਰਟ ਤੋਂ ਅਬਵ ਵਾਲੇ ਬੋਡੀ ਪਾਰਟਸ ਨੇ। ਠੀਕ ਹੈ, ਯੂ ਕੈਨ ਇਮੈਜਨ ਕਿ ਕਿਹੜੇ ਹਾਰਟ ਤੋਂ ਅਬਵ ਵਾਲੇ ਬੋਡੀ ਪਾਰਟਸ ਨੇ। ਸਾਡਾ ਥਰੋਟ ਹੋ ਗਿਆ, ਸਾਡਾ ਬ੍ਰੇਨ, ਸਾਡੇ ਈਅਰ, ਆਈਜ਼, ਨੋਜ਼, ਜਿੰਨਾ ਵੀ ਸਾਡਾ ਮਾਊਥ ਵਾਲਾ, ਨੈਕ ਵਾਲਾ, ਸ਼ੋਲਡਰ ਵਾਲਾ ਰੀਜਨ ਆ ਉਹ ਸਾਰਾ ਸਾਡਾ ਉਹਨਾਂ ਰੀਜਨ ਹਾਰਟ ਤੋਂ ਅਬਵ ਜਿਹੜਾ ਉਹਦੇ ਵਿੱਚ ਕੀ ਆ, ਉਹਦੇ 'ਚੋਂ ਜਿੰਨਾ ਵੀ ਡੀਆਕਸੀਜਨੇਟਡ ਬਲੱਡ ਆ, ਇੱਥੇ ਜ਼ਰੂਰ ਯਾਦ ਰੱਖਣਾ ਡੀਆਕਸੀਜਨੇਟਡ ਬਲੱਡ। ਡੀਆਕਸੀਜਨੇਟਡ ਬਲੱਡ ਉਹ ਹੁੰਦਾ ਆ ਜਿਹਦੇ ਵਿੱਚ ਆਕਸੀਜਨ ਨਹੀਂ ਹੁੰਦੀ। ਠੀਕ ਹੈ, ਇਹਦੇ ਵਿੱਚ ਆਕਸੀਜਨ ਨਹੀਂ ਹੁੰਦੀ। ਉਹ ਵਾਲਾ
ਹਾਰਟ ਤੋਂ ਅਬਵ ਵਾਲੇ ਬੋਡੀ ਪਾਰਟਸ ਵਾਲਾ ਡੀਆਕਸੀਜਨੇਟਡ ਬਲੱਡ ਲੈ ਕੇ ਕੌਣ ਆਉਂਦਾ ਆ? ਸੁਪੀਰੀਅਰ ਵੇਨਾ ਕਾਵਾ। ਮਤਲਬ ਇਹ ਐਂਟਰੀ ਪੁਆਇੰਟ ਆ ਹਾਰਟ ਦੇ ਵਿੱਚ, ਇਹਦੇ ਥਰੂ ਆਉਂਦਾ ਬਲੱਡ, ਠੀਕ ਹੈ। ਐਂਡ ਜਿੰਨਾ ਵੀ ਹਾਰਟ ਤੋਂ ਲੋਅਰ ਵਾਲੇ ਬੋਡੀ ਪਾਰਟਸ ਆ, ਸਾਡਾ ਸਟਮਕ, ਕਿਡਨੀਜ਼, ਜਿੰਨੀਆਂ ਵੀ ਹੋ ਗਿਆ, ਇੰਟੈਸਟਾਈਨ ਹੋ ਗਈਆਂ, ਠੀਕ ਹੈ, ਉਹ ਵਾਲੀਆਂ ਆਰਗਨਸ ਦੇ ਵਿੱਚੋਂ ਜਿੰਨਾ ਵੀ ਡੀਆਕਸੀਜਨੇਟਡ ਬਲੱਡ ਆ ਰਿਹਾ ਉਹ ਹਾਰਟ ਦੇ ਵਿੱਚ ਕਿਹਦੇ ਥਰੂ ਐਂਟਰ ਕਰ ਰਿਹਾ? ਇਨਫੀਰੀਅਰ ਵੇਨਾ ਕਾਵਾ ਦੇ ਥਰੂ ਐਂਟਰ ਕਰ ਰਿਹਾ, ਠੀਕ ਹੈ। ਦੋ ਐਂਟਰੀ ਪੁਆਇੰਟਸ ਨੇ, ਇੱਕ ਹੈਗਾ ਸੁਪੀਰੀਅਰ ਵੇਨਾ ਕਾਵਾ, ਦੂਜਾ ਹੈਗਾ ਇਨਫੀਰੀਅਰ ਵੇਨਾ ਕਾਵਾ। ਐਂਡ ਇਹ ਐਂਟਰੀ ਪੁਆਇੰਟਸ ਨੇ ਹਾਰਟ, ਇਹਨਾਂ ਦੋਵਾਂ ਦੇ ਵਿੱਚ ਕਿਹੜਾ ਬਲੱਡ ਆ ਰਿਹਾ? ਡੀਆਕਸੀਜਨੇਟਡ। ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਰਾਈਟ ਸਾਈਡ 'ਤੇ ਕੀ ਆ ਰਿਹਾ? ਆਕਸੀਜਨੇਟਡ। ਫਿਲਹਾਲ ਇੰਨਾ ਯਾਦ ਰੱਖਣਾ ਹੈ। ਔਰੀਕਲਸ ਦਾ ਹੀ ਜਿਹੜਾ ਦੂਜਾ ਪੋਰਸ਼ਨ ਆ, ਇਹ ਤਾਂ ਸੀ ਔਰੀਕਲ ਦਾ ਇੱਕ ਪੋਰਸ਼ਨ, ਇਹਦੇ ਨਾਲ ਹੀ ਇੱਥੇ ਕੀ ਆ, ਥੋੜ੍ਹਾ ਵੱਖਰਾ ਡਰੋ ਕਰਕੇ ਦੇਖ ਲਵਾਂਗੇ, ਫਿਰ ਔਰੀਕਲ ਹੀ ਡਰੋ ਕਰੇ ਆ। ਇਹਦੇ ਵਿੱਚ ਸਾਡੇ ਕੋਲ ਇੱਕ ਐਸਏ ਨੋਡ ਆ ਅਤੇ ਇੱਕ ਏਵੀ ਨੋਡ ਆ। ਇਹਨੂੰ ਬੋਲਦੇ ਆ ਐਸਏ ਨੋਡ, ਇਹਨੂੰ ਬੋਲਦੇ ਆ ਏਵੀ ਨੋਡ, ਠੀਕ ਹੈ। ਐਸਏ ਨੋਡ ਹੁੰਦੀ ਆ ਸਾਈਨੋ ਔਰੀਕੂਲਰ ਨੋਡ ਅਤੇ ਏਵੀ ਨੋਡ ਹੁੰਦੀ ਆ ਐਟਰੀਓ ਵੈਂਟਰੀਕਿਊਲਰ ਨੋਡ, ਠੀਕ ਹੈ। ਜਿਹੜੀਆਂ ਐਸਏ ਨੋਡ ਅਤੇ ਏਵੀ ਨੋਡ ਨੇ, ਇਹਦਾ ਕੀ ਫੰਕਸ਼ਨ ਆ? ਜਿਹੜੀ ਐਸਏ ਨੋਡ ਹੈ ਨਾ, ਦੈਟ ਇਜ਼ ਦਾ ਪੇਸ ਮੇਕਰ ਆਫ ਹਾਰਟ, ਪੇਸ ਮੇਕਰ ਆਫ ਹਾਰਟ। ਜਿੰਨੇ ਵੀ ਸਾਡੀ ਬਾਡੀ ਦੇ ਵਿੱਚ ਇੰਪਲਸ ਜਨਰੇਟ ਹੁੰਦੀ ਆ, ਤੁਸੀਂ 10th ਕਲਾਸ ਦੇ ਵਿੱਚ ਪੜ੍ਹਿਆ ਹੋਏਗਾ ਕਿ ਜਿਹੜੀ ਸਾਡੀ ਬਾਡੀ ਦੇ ਵਿੱਚ ਜਿਹੜੇ ਮੈਸੇਜਸ ਜਾਂਦੇ ਨੇ ਉਹ ਇਲੈਕਟ੍ਰੀਕਲ ਇੰਪਲਸਿਸ ਦੀ ਫਾਰਮ 'ਚ ਜਾਂਦੇ ਨੇ। ਉਹ ਵਾਲੀ ਇਲੈਕਟ੍ਰੀਕਲ ਇੰਪਲਸ ਜਿਹੜੀ ਆ, ਨੋ ਡਾਊਟ ਕਿ ਸਾਡੇ ਹਾਰਟ ਦੇ ਵਿੱਚ ਮਸਲਸ ਆ, ਬਟ ਇਹ ਦੋ ਚੀਜ਼ਾਂ ਨਾਲ ਚੱਲਦਾ ਹੈ। ਇੱਕ ਤਾਂ ਇਹਨੂੰ ਇਲੈਕਟ੍ਰੀਕਲ ਇੰਪਲਸ ਮਿਲਦੀ ਆ, ਬ੍ਰੇਨ ਤੋਂ ਮੈਸੇਜ ਆਉਂਦਾ ਆ, ਪਲੱਸ ਨਾਲ ਇਹਦੇ ਕੀ ਹੁੰਦਾ, ਇਹਦੀਆਂ ਮਸਲਸ ਕੰਮ ਕਰਦੀਆਂ। ਮਸਲਸ ਇਕੱਲੀਆਂ ਨਹੀਂ ਕੰਮ ਕਰ ਸਕਦੀਆਂ ਜਿੰਨਾ ਦੇਰ ਇਹਨਾਂ ਨੂੰ ਬ੍ਰੇਨ ਤੋਂ ਮੈਸੇਜ ਨਹੀਂ ਆ ਰਿਹਾ, ਠੀਕ ਹੈ। ਇਹਨੂੰ ਬ੍ਰੇਨ ਤੋਂ ਮੈਸੇਜ ਆਉਂਦਾ ਹੈ ਅਤੇ ਉਹ ਮੈਸੇਜ ਕਿੱਥੇ ਆ ਕੇ ਰਿਸੀਵ ਹੁੰਦਾ? ਐਸਏ ਨੋਡ 'ਤੇ। ਐਸਏ ਨੋਡ 'ਤੇ ਆ ਕੇ ਕਰੰਟ ਜਨਰੇਟ ਹੁੰਦਾ, ਇਲੈਕਟ੍ਰੀਕਲ ਕਰੰਟ ਜਨਰੇਟ ਹੁੰਦਾ, ਜਿਹੜਾ ਅੱਗੇ ਫਿਰ ਟਰਾਂਸਫਰ ਹੁੰਦਾ ਹੈ ਅਤੇ ਉਹ ਕਿੱਥੇ ਤੱਕ ਪਹੁੰਚਦਾ? ਏਵੀ ਨੋਡ ਤੱਕ, ਠੀਕ ਹੈ। ਇੰਨੇ ਯਾਦ ਰੱਖਣਾ ਕਿ ਇਲੈਕਟ੍ਰੀਕਲ ਇੰਪਲਸ ਆਉਂਦੀ ਆ ਅਤੇ ਕਿੱਥੇ ਆਉਂਦੀ ਆ? ਐਸਏ ਨੋਡ 'ਤੇ। ਐਸਏ ਨੋਡ ਤੋਂ ਏਵੀ ਨੋਡ ਤੱਕ ਉਹ ਫਿਰ ਟਰਾਂਸਫਰ ਹੁੰਦੀ ਆ ਜਿਹੜੀ ਔਰੀਕਲਸ ਦੇ ਵਿੱਚ ਹੀ। ਜਿਨ੍ਹਾਂ ਪਰਸਨਸ ਦੇ ਵਿੱਚ ਜਿਹੜੀ ਐਸਏ ਨੋਡ ਆ ਇਹ ਫੰਕਸ਼ਨ ਨਹੀਂ ਕਰਦੀ, ਉਹਨਾਂ ਨੂੰ ਆਰਟੀਫਿਸ਼ਲ ਪੇਸ ਮੇਕਰ ਜਿਹੜਾ ਉਹ ਵੀ ਪਾ ਦਿੱਤਾ ਜਾਂਦਾ ਆ। ਐਂਡ ਹੁਣ ਸਾਡੇ ਕੋਲ ਕੀ ਆ ਗਏ? ਵੈਂਟਰੀਕਲਸ ਆ ਗਏ। ਵੈਂਟਰੀਕਲਸ ਜਿਹੜੇ ਨੇ ਉਹਨਾਂ ਦੇ ਵਿੱਚ ਕਿਸੇ ਚੀਜ਼ ਦੀ ਐਂਟਰੀ ਤਾਂ ਨਹੀਂ ਹੈ ਸਪੈਸ਼ਲ। ਇਹ ਵਾਲੀ ਚੀਜ਼ ਅਸੀਂ ਡਰੋ ਕਰ ਲਈ। ਸਪੋਜ਼ ਕਿਆ ਹੈ, ਵੈਂਟਰੀਕਲ ਨੇ, ਇਹ ਸਾਡੇ ਕੋਲ ਰਾਈਟ ਵੈਂਟਰੀਕਲ ਆ, ਸੌਰੀ ਲੈਫਟ ਵੈਂਟਰੀਕਲ ਆ, ਅਤੇ ਇਹ ਸਾਡੇ ਕੋਲ ਰਾਈਟ ਵੈਂਟਰੀਕਲ ਆ। ਹੁਣ ਕੀ ਸੀ, ਇਹਦੇ ਉੱਪਰ ਔਰੀਕਲਸ ਸੀਗੇ ਜਿਹੜੇ ਅਸੀਂ ਪੜ੍ਹਿਆ ਕਿ ਐਸਏ ਨੋਡ ਅਤੇ ਏਵੀ ਨੋਡ ਇੱਥੇ। ਹੁਣ ਇਹ ਵਾਲਾ ਜਿਹੜਾ ਸਾਡੇ ਕੋਲ ਐਸਏ ਨੋਡ 'ਤੇ ਕਰੰਟ ਜਨਰੇਟ ਹੋਇਆ ਸੀ, ਉਹ ਤੋਂ ਏਵੀ ਨੋਡ 'ਤੇ ਆਇਆ ਸੀ, ਅਤੇ ਹਾਰਟ ਦੀ ਕੰਟਰੈਕਸ਼ਨ ਅਜੇ ਤੱਕ ਨਹੀਂ ਹੋਈ, ਠੀਕ ਹੈ। ਉਹਨੇ ਕੀ ਕਰਨਾ, ਇਹ ਸਿਰਫ ਮੈਸੇਜ ਹੀ ਆ ਰਿਹਾ। ਇਹ ਮੈਸੇਜ ਕਿੱਥੇ ਜਾਣਾ ਆ? ਵੈਂਟਰੀਕਲਸ ਦੇ ਵਿੱਚ ਜਾਣਾ ਹੈ, ਇਹ ਵਾਲੇ ਇੰਨੇ ਰੀਜਨ ਦੇ ਵਿੱਚ। ਇਹ ਵੈਂਟਰੀਕਲ 'ਚ ਜਿਹੜਾ ਮੈਸੇਜ ਜਾਣਾ ਆ ਉਹ ਕਦੋਂ ਜਾਣਾ ਆ? ਕਿਉਂਕਿ ਜਿਹੜੀ ਏਵੀ ਨੋਡ ਹੁੰਦੀ ਆ ਉਹਨੇ ਟਰਾਂਸਫਰ ਕਰਨਾ। ਇੱਥੇ ਇੱਕ ਹੁੰਦੀ ਆ ਬੰਡਲ ਆਫ ਹੇਸ, ਮਤਲਬ ਸਾਰੇ ਹਾਰਟ ਦੇ ਉੱਪਰ ਇੱਕ ਕਵਰਿੰਗ ਹੁੰਦੀ ਆ ਜਿਹੜੀ ਇਲੈਕਟ੍ਰਿਕ ਇੰਪਲਸ ਨੂੰ ਆਪਣੇ ਕੋਲ ਰਿਸੀਵ ਕਰਦੀ ਆ ਮੈਸੇਜ। ਉਹ ਵਾਲੀ ਜਿਹੜੀ ਇੰਪਲਸ ਆ, ਠੀਕ ਹੈ, ਉਹਨੇ ਵੈਂਟਰੀਕਲ ਦੇ ਵਿੱਚ ਜਦੋਂ ਜਾਣਾ ਆ ਅਤੇ ਉਹ ਫਿਰ ਹਾਰਟ ਦੀ ਕੰਟਰੈਕਸ਼ਨ ਜਿਹੜੀ ਉਹ ਹੋਣੀ ਹੈ, ਠੀਕ ਹੈ। ਹੁਣ ਅਸੀਂ ਕਰਾਂਗੇ ਵਰਕਿੰਗ ਆਫ ਹਾਰਟ ਜਿਹੜੀ ਆ ਉਹ ਕੀ ਆ। ਹੁਣ ਇਹਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਚਾਰੋਂ ਚੈਂਬਰਸ ਨੇ ਉਹਨਾਂ ਨੂੰ ਅਸੀਂ ਦੇਖ ਲਿਆ ਇੱਕ ਵਾਰ ਕਿ ਐਕਚੁਅਲੀ ਉਹਨਾਂ ਦੇ ਵਿੱਚ ਕੀ ਹੁੰਦਾ ਆ। ਉਹਨਾਂ ਦੀ ਸਾਨੂੰ ਪਤਾ ਚੱਲ ਗਈ ਆ ਵੱਖਰੇ ਵੱਖਰੇ ਹਿੱਸੇ, ਬਟ ਫੰਕਸ਼ਨਿੰਗ ਕਿਵੇਂ ਹੁੰਦੀ ਆ, ਬਲੱਡ ਕਿਵੇਂ ਆਉਂਦਾ ਆ, ਜਾਂ ਡਬਲ ਸਰਕੂਲੇਸ਼ਨ ਕਿਵੇਂ ਹੁੰਦੀ ਆ, ਉਹ ਅਸੀਂ ਦੇਖਾਂਗੇ। ਸਭ ਤੋਂ ਪਹਿਲਾਂ ਕਿ ਇਹ ਵਾਲੀ ਜਿਹੜੀ ਸਾਡੇ ਕੋਲ ਆ ਇੱਕ ਪਲਮੋਨਰੀ ਵੇਨ, ਠੀਕ ਹੈ, ਆਪਾਂ ਕਰ ਚੁੱਕੇ ਹਾਂ। ਪਲਮੋਨਰੀ ਵੇਨ ਆਏ, ਪਲਮੋਨਰੀ ਵੇਨ ਕੀ ਲੈ ਕੇ ਆਉਂਦੀ ਆ? ਆਕਸੀਜਨੇਟਡ ਬਲੱਡ, ਠੀਕ ਹੈ। ਕਿਹੜਾ ਬਲੱਡ ਲੈ ਕੇ ਆ ਰਹੀ ਆ? ਆਕਸੀਜਨੇਟਡ ਬਲੱਡ ਲਿਆ ਰਹੀ ਹੈ। ਅਤੇ ਆਕਸੀਜਨੇਟਡ ਬਲੱਡ ਸਾਡੇ ਕੋਲ ਕਿੱਥੇ ਪਹੁੰਚ ਰਿਹਾ ਆ? ਲੈਫਟ ਔਰੀਕਲ ਦੇ ਵਿੱਚ, ਠੀਕ ਹੈ। ਜਿਹੜਾ ਸਾਡਾ ਲੈਫਟ ਔਰੀਕਲ ਆ ਉਹਦੇ ਵਿੱਚ ਪਹੁੰਚ ਰਿਹਾ ਬਲੱਡ। ਹੁਣ ਇਹ ਵਾਲਾ ਜਿਹੜਾ ਚੈਂਬਰ ਆ, ਸਿਰਫ ਇੰਨਾ ਹਿੱਸਾ, ਕਿਉਂਕਿ ਚਾਰੋਂ ਵੱਖਰੇ ਵੱਖਰੇ ਇੱਥੇ ਮਿਕਸਿੰਗ ਆਫ ਬਲੱਡ ਨਹੀਂ ਹੋਣੀ। ਇਹ ਵਾਲਾ ਜਿਹੜਾ ਸਾਡਾ ਲੈਫਟ ਔਰੀਕਲ ਆ, ਇਹਦੇ ਵਿੱਚ ਜਦੋਂ ਆਕਸੀਜਨੇਟਡ ਬਲੱਡ ਆ ਜਾਂਦਾ ਆ ਉਸ ਟਾਈਮ 'ਤੇ ਇੱਥੇ ਇੱਕ ਟੂ ਗੇਟਡ ਸਿੰਪਲ ਲੈਂਗੁਏਜ ਦੇ ਵਿੱਚ ਸਮਝ ਲਓ ਕਿ ਜਿਹਦੇ ਦੋ ਗੇਟ ਹੋਣ, ਇਹਨੂੰ ਕਹਿੰਦੇ ਆ ਬਾਇਕਸਪਿਡ ਵੈਲਵ।
ਬਾਇਕਸਪਿਡ ਵੈਲਵ ਜਿਹੜਾ ਆ ਉਹ ਕੀ ਲੱਗਾ ਆ, ਇੱਕ ਤਰ੍ਹਾਂ ਦਾ ਐਂਟਰੀ ਪੁਆਇੰਟ ਆ। ਸਪੋਜ਼ ਕਿ ਇਹ ਸਾਡੇ ਕੋਲ 2 ਗੇਟਡ ਬਾਇਕਸਪਿਡ ਵੈਲਵ ਹੋਏ ਅਤੇ ਜਦੋਂ ਉੱਪਰੋਂ ਬਲੱਡ ਆਉਂਦਾ ਆ ਅਤੇ ਇਹ ਪ੍ਰੈਸ਼ਰ ਦੇ ਨਾਲ ਨੀਚੇ ਨੂੰ ਹੋ ਜਾਂਦਾ, ਓਪਨ ਹੋ ਜਾਂਦਾ ਆ, ਅਤੇ ਇਹ ਕੀ ਹੋ ਜਾਂਦਾ, ਸਾਡਾ ਜਿਹੜਾ ਬਲੱਡ ਆ ਉਹ ਕਿੱਥੇ ਪਹੁੰਚ ਜਾਂਦਾ ਆ, ਵੈਂਟਰੀਕਲਸ ਦੇ ਵਿੱਚ। ਠੀਕ ਹੈ, ਇੱਕ ਤਾਂ ਇਹ ਚੀਜ਼ ਹੋ ਗਈ। ਇਹ ਕਿਹੜਾ ਬਲੱਡ ਆ ਰਿਹਾ ਸੀ, ਆਕਸੀਜਨੇਟਡ ਬਲੱਡ ਹੀ, ਔਰੀਕਲ 'ਚ ਆਇਆ, ਔਰੀਕਲ 'ਚੋਂ ਬਾਈਕਸਪਿਡ ਵੈਲਵ ਨੇ ਇਹਨੂੰ ਐਂਟਰੀ ਦਿੱਤੀ ਅਤੇ ਇਹ ਕਿੱਥੇ ਆ ਗਿਆ, ਲੈਫਟ ਵੈਂਟਰੀਕਲ ਦੇ ਵਿੱਚ ਆ ਗਿਆ। ਹੁਣ ਲੈਫਟ ਵੈਂਟਰੀਕਲ ਤੋਂ ਕੀ ਹੁੰਦਾ, ਇੱਕ ਆਰਟਰੀ ਜਨਰੇਟ ਹੁੰਦੀ ਆ। ਦਿਸ ਇਜ਼ ਦਾ ਲਾਰਜੈਸਟ ਆਰਟਰੀ ਆਫ ਅਵਰ ਬੋਡੀ। ਇਹ ਵਾਲੀ ਜਿਹੜੀ ਆਰਟਰੀ ਆ ਇਸੇ ਹੀ ਚੈਂਬਰ ਦੇ ਵਿੱਚ ਆ। ਠੀਕ ਹੈ, ਇਹ ਵਾਲੀ ਜਿਹੜੀ ਆਰਟਰੀ ਇਹਨੂੰ ਅਸੀਂ ਕਹਿੰਦੇ ਆਇਓਟਾ। ਠੀਕ ਹੈ, ਹੁਣ ਜਦੋਂ ਇੱਥੇ ਆਰਟਰੀ ਆ ਜਿਹੜੀ ਆਇਓਟਾ ਆ, ਇਹ ਇੱਕ ਪਾਈਪ ਆ ਜਿਹਦੇ ਵਿੱਚ ਵੈਲਵ ਲੱਗਾ ਇੱਕ। ਠੀਕ ਹੈ, ਬੈਕ ਫਲੋ ਰੋਕਣ ਵਾਸਤੇ। ਇਹਨੂੰ ਅਸੀਂ ਕਹਿੰਦੇ ਹਾਂ ਸੈਮੀ ਲਿਊਨਰ ਵੈਲਵ। ਸੈਮੀ ਲਿਊਨਰ ਵੈਲਵ। ਹੁਣ ਇਹ ਜਿਹੜਾ ਸੈਮੀ ਲਿਊਨਰ ਵੈਲਵ ਆ ਅਤੇ ਇਹ ਆਇਓਟਾ। ਫਿਲਹਾਲ ਇੰਨਾ ਸਮਝਣਾ ਤੁਸੀਂ। ਦੂਜੇ ਪਾਸੇ ਕੀ ਹੋਇਆ ਸਾਡੇ ਕੋਲ, ਆਹ ਸੀ ਸਾਡੇ ਕੋਲ ਸੁਪੀਰੀਅਰ ਵੇਨਾ ਕਾਵਾ, ਇਹ ਸੀ ਸਾਡੇ ਕੋਲ ਇਨਫੀਰੀਅਰ ਵੇਨਾ ਕਾਵਾ। ਸੁਪੀਰੀਅਰ ਅਤੇ ਇਨਫੀਰੀਅਰ ਵੇਨਾ ਕਾਵਾ ਨੇ ਕਿਹੜਾ ਬਲੱਡ ਲਿਆਂਦਾ ਸੀ, ਡੀਆਕਸੀਜਨੇਟਡ ਬਲੱਡ ਲਿਆਂਦਾ ਸੀ। ਡੀਆਕਸੀਜਨੇਟਡ ਬਲੱਡ ਕਿੱਥੇ ਆ ਗਿਆ, ਰਾਈਟ ਔਰੀਕਲ ਦੇ ਵਿੱਚ ਆ ਗਿਆ। ਰਾਈਟ ਔਰੀਕਲ ਤੋਂ ਉਹਨੇ ਰਾਈਟ ਵੈਂਟਰੀਕਲ 'ਚ ਜਾਣਾ ਆ, ਕਾਹਦੇ ਥਰੂ, ਟਰਾਈਕਸਪਿਡ ਵੈਲਵ ਦੇ ਥਰੂ। ਠੀਕ ਹੈ, 3 ਗੇਟਡ ਚੈਨਲ ਆ, ਇਹਨੂੰ ਕਹਿੰਦੇ ਆ ਟਰਾਈਕਸਪਿਡ ਵੈਲਵ। ਇਹਦੇ ਥਰੂ ਇਹ ਕਿੱਥੇ ਆ ਗਿਆ, ਲੋਅਰ ਵੈਂਟਰੀਕਲ ਦੇ ਵਿੱਚ। ਹੁਣ ਤੁਸੀਂ ਇੰਨੀ ਚੀਜ਼ ਅੰਡਰਸਟੈਂਡ ਕਰਨੀ ਆ ਕਿ ਸਾਡਾ ਡੀਆਕਸੀਜਨੇਟਡ ਬਲੱਡ ਇੱਕ ਪਾਸੇ ਆ ਗਿਆ ਅਤੇ ਸਾਡਾ ਆਕਸੀਜਨੇਟਡ ਬਲੱਡ ਇੱਕ ਪਾਸੇ ਆ ਗਿਆ। ਦੋਨੋਂ ਵੱਖੋ ਵੱਖਰੇ ਪਏ ਨੇ, ਮਿਕਸਿੰਗ ਆਫ ਬਲੱਡ ਨਹੀਂ ਹੋ ਰਹੀ। ਠੀਕ ਹੈ, ਅਸੀਂ ਇਹਨੂੰ ਡਬਲ ਸਰਕੂਲੇਸ਼ਨ 10th ਵਿੱਚ ਤੁਸੀਂ ਕੀਤੀ ਹੋਏਗੀ। ਹੁਣ ਇਹ ਦੋਨੋਂ ਸਾਈਡ 'ਤੇ ਵੱਖੋ ਵੱਖਰੇ ਬਲੱਡ ਪਏ ਨੇ, ਇੱਕ ਪਾਸੇ ਆਕਸੀਜਨੇਟਡ ਆ, ਦੂਜੇ ਪਾਸੇ ਡੀਆਕਸੀਜਨੇਟਡ ਆ। ਜਿੱਦਾਂ ਇਹਦੇ 'ਚੋਂ ਆਇਓਟਾ ਨਿਕਲਦਾ ਹੈ, ਇਸੇ ਤਰ੍ਹਾਂ ਹੀ ਦੂਜੇ ਵਿੱਚੋਂ ਵੀ ਸਾਡੇ ਕੋਲ ਇੱਕ ਪਾਈਪ ਨਿਕਲਦਾ ਆ। ਇਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਅਸੀਂ ਪੜ੍ਹੀ ਸੀ ਜਦੋਂ ਅਸੀਂ ਆਰਟਰੀ ਵੇਨ ਦਾ ਡਿਫਰੈਂਸ ਕੀਤਾ ਸੀ। ਪਲਮੋਨਰੀ ਆਰਟਰੀ ਆਏ। ਠੀਕ ਹੈ, ਜਿਹਦੇ ਵਿੱਚ ਡੀਆਕਸੀਜਨੇਟਡ ਬਲੱਡ ਹੁੰਦਾ। ਹੁਣ ਐਕਚੁਅਲ 'ਚ ਕੀ ਹੁੰਦਾ ਹੈ ਕਿ ਜਦੋਂ ਐਸੇ ਨੋਡ 'ਤੇ ਮੈਸੇਜ ਆਉਂਦਾ ਆ ਕੰਟਰੈਕਸ਼ਨ ਵਾਲਾ, ਜਾਂ ਏ ਵੀ ਨੋਡ 'ਤੇ ਮੈਸੇਜ ਆਉਂਦਾ ਆ ਕੰਟਰੈਕਸ਼ਨ ਵਾਲਾ, ਅਤੇ ਜਿਹੜਾ ਹਾਰਟ ਆ ਉਹ ਕੰਟਰੈਕਟ ਕਰ ਜਾਂਦਾ ਹੈ, ਟਾਈਟ ਹੋ ਜਾਂਦਾ ਹੈ। ਅਤੇ ਜਦੋਂ ਟਾਈਟ ਹੋ ਜਾਂਦਾ ਹੈ ਅਤੇ ਜਿਹੜਾ ਦੋਨੋਂ ਵੈਂਟਰੀਕਲ ਦੇ ਵਿੱਚ ਬਲੱਡ ਆ ਉਹ ਕਾਹਦੇ 'ਚ ਚਲ ਜਾਂਦਾ ਹੈ, ਜਿਹੜਾ ਸਾਡੇ ਲੈਫਟ ਵਾਲੇ ਪਾਸੇ ਵਾਲਾ ਬਲੱਡ ਆ, ਜਿਹੜਾ ਆਕਸੀਜਨ ਵਾਲਾ ਬਲੱਡ ਆ, ਉਹ ਸਾਡੇ ਕੋਲ ਕਿੱਥੇ ਚਲ ਜਾਂਦਾ ਆ, ਆਇਓਟਾ ਦੇ ਵਿੱਚ ਐਂਟਰ ਕਰ ਜਾਂਦਾ ਹੈ। ਇਹ ਆਕਸੀਜਨ ਵਾਲਾ ਬਲੱਡ ਹੈ, ਇਹ ਇਹਦੇ ਵਿੱਚ ਐਂਟਰ ਕਰ ਜਾਂਦਾ ਹੈ। ਅਤੇ ਆਇਓਟਾ ਜਿਹੜੀਆਂ ਬਾਕੀ ਸਾਡੀ ਬੋਡੀ ਦੀਆਂ ਜਿੰਨੀਆਂ ਵੀ ਆਰਟਰੀਜ਼ ਨੇ ਉਹਨਾਂ ਨੂੰ ਸਪਲਾਈ ਕਰਦੀ ਆ ਸਾਡਾ ਬਲੱਡ। ਅਤੇ ਇਹ ਸੈਮੀ ਲਿਊਨਰ ਵੈਲਵ ਕੀ ਕਰਦਾ, ਇਹ ਬਚਾ ਰੱਖਦਾ ਕਿ ਬੈਕ ਫਲੋ ਜਿਹੜਾ ਆ ਬਲੱਡ ਦਾ ਉਹ ਨਾ ਹੋਏ। ਠੀਕ ਹੈ, ਅਤੇ ਜਿਹੜਾ ਸਾਡਾ ਦੂਜੇ ਵਾਲਾ ਪਾਸਾ ਆ, ਕਿਉਂਕਿ ਹਾਰਟ 'ਤੇ ਇਕੱਠਾ ਹੀ ਕੰਟਰੈਕਟ ਕੀਤਾ ਹੈ, ਅਤੇ ਇਹ ਵਾਲਾ ਜਿਹੜੀ ਕੰਟਰੈਕਸ਼ਨ ਹੋਈ ਆ ਜਦੋਂ, ਇਹ ਆਪਾਂ ਕੰਟਰੈਕਸ਼ਨ ਰਿਲੈਕਸੇਸ਼ਨ ਬਾਅਦ ਵਿੱਚ ਪੜ੍ਹਾਂਗੇ ਡਿਟੇਲ ਦੇ ਵਿੱਚ। ਫਿਲਹਾਲ ਤੁਸੀਂ ਜਦੋਂ ਇਹਦੀ ਕੰਟਰੈਕਸ਼ਨ ਹੋਈ ਆ, ਉਸ ਟਾਈਮ 'ਤੇ ਬਲੱਡ ਕਾਹਦੇ 'ਚ ਐਂਟਰ ਕਰ ਗਿਆ, ਇਹ ਪਲਮੋਨਰੀ ਆਰਟਰੀ ਦੇ ਵਿੱਚ। ਅਤੇ ਪਲਮੋਨਰੀ ਆਰਟਰੀ ਦੇ ਵਿੱਚ ਕਿਹੜਾ ਬਲੱਡ ਆ, ਡੀਆਕਸੀਜਨੇਟਡ। ਅਤੇ ਇਹਨੇ ਕਿੱਥੇ ਜਾਣਾ ਆ, ਲੰਗਸ ਦੇ ਕੋਲ। ਅਤੇ ਲੰਗਸ ਦੇ ਵਿੱਚੋਂ ਫਿਰ ਕੀ ਲਿਆਉਣੀ ਆ, ਆਕਸੀਜਨ। ਠੀਕ ਹੈ, ਲੰਗਸ ਦੇ ਵਿੱਚੋਂ ਆਕਸੀਜਨ ਲੈ ਕੇ ਇਸ ਬਲੱਡ ਨੇ ਫਿਰ ਵਾਪਸ ਕਾਹਦੇ ਥਰੂ ਐਂਟਰ ਕਰ ਜਾਣਾ ਸਾਡੀ ਬੋਡੀ ਦੇ ਵਿੱਚ, ਪਲਮੋਨਰੀ ਵੇਨ ਦੇ ਥਰੂ। ਇਹਨੂੰ ਅਸੀਂ ਡਬਲ ਸਰਕੂਲੇਸ਼ਨ ਕਹਿੰਦੇ ਹਾਂ, ਕਿਉਂਕਿ ਸਾਡਾ ਬਲੱਡ 2 ਸਾਈਡਾਂ ਤੋਂ ਵੱਖੋ ਵੱਖਰਾ ਫਲੋ ਕਰ ਰਿਹਾ, ਇੱਕ ਪਾਸੇ ਆਕਸੀਜਨੇਟਡ ਅਤੇ ਇੱਕ ਪਾਸੇ ਡੀਆਕਸੀਜਨੇਟਡ। ਅਤੇ ਜਿਹੜਾ ਆਇਓਟਾ ਹੁੰਦਾ, ਇਹਨੇ ਸਾਰੀ ਬੋਡੀ ਦੇ ਪਾਰਟਸ ਨੂੰ ਆਕਸੀਜਨ ਜਿਹੜੀ ਉਹ ਪਹੁੰਚਾਉਣੀ ਹੁੰਦੀ ਹੈ। ਠੀਕ ਹੈ, ਅਤੇ ਜਿਹੜੀ ਪਲਮੋਨਰੀ ਆਰਟਰੀ ਇਹਨੇ ਆਕਸੀਜਨ ਲੈਣ ਜਿਹੜਾ ਉਹ ਜਾਣਾ ਹੁੰਦਾ ਲੰਗਸ ਦੇ ਕੋਲੋਂ। ਠੀਕ ਹੈ।